महाप्यान उद्यान नगर कर मान्या, झूठ समगरी पेख सच कर जानिया। काम क्रोध अहंकार फिरै देवानिया। सिर लगा जम डंड तां पछतानिया। बिन पूरे गुरुदेव फिरै शैतानिया। श्लोक राज कपटं रूप कपटं तान कपटं कुल गुरबतै। संचंत भिख्या छलं छिद्रं नानक बिन हर संग ना चालते। राज कपटं रूप कपटं तन कपटं कुल गुरबतै। संचंत भिख्या छलं छिद्रं नानक बिन हर संग न चालते। पेखंदड़ों की पुल तुमा दिसम सोहना। अड न लहंदड़ों मुल नानक साथ न जुलई माया। पौड़ी चलदियां नाल न चलै सो क्यों संजिया। तिसका कहो क्या जतन जिस ते वंजिया। हर बिसरिया क्यों तृपतावै ना मन रंजिया। प्रभु छोड़ अन लागै नरक समझिया। हो कृपाल दयाल नानक पौ पंजिया। प्रभु छोड़ अन लागै नरक समझिया। हो कृपाल दयाल नानक भौ पंजिया। सतगुਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਵਿੱਤਰ ਹੁਕਮਨਾਮਾ ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ, ਜੋ ਹਰ ਰੋਜ਼ ਦੀ ਤਰ੍ਹਾਂ ਗਿਆਨ ਭਰਪੂਰ ਹੈ। ਗੁਰੂ ਦੀ ਬਾਣੀ ਗਿਆਨ ਦਾ ਸਮੁੰਦਰ ਹੈ, ਜੋ ਸਾਨੂੰ ਰਸਤਾ ਦਿਖਾਉਂਦੀ ਹੈ, ਮਾਰਗ ਦਿਖਾਉਂਦੀ ਹੈ, ਜਿਹੜੇ ਮਾਰਗ 'ਤੇ ਚੱਲ ਕੇ ਅਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ ਹੈ। ਪਰਮਾਤਮਾ ਦੇ ਮਿਲਦਿਆਂ ਹੀ ਜੀਵਨ ਦੇ ਵਿੱਚ ਆਨੰਦ ਅਤੇ ਖੇੜਾ ਪੈਦਾ ਹੋਏਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ, ਉਹਨਾਂ ਨੂੰ ਦੁਨਿਆਵੀ ਕੋਈ ਭੁੱਖ ਨਹੀਂ ਰਹਿ ਗਈ, ਕੋਈ ਰੋਗ ਸੋਗ ਜਾਂ ਚਿੰਤਾ ਨਹੀਂ ਰਹਿ ਗਈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਪਹਿਲਾਂ ਪਿਆਰ ਦੇ ਨਾਲ ਪੰਜਾਬੀ ਦੇ ਵਿੱਚ 10 ਤੋਂ 15 ਮਿੰਟ ਵਿਚਾਰ ਸ਼ਰਵਣ ਕਰਨਾ, ਉਸ ਤੋਂ ਉਪਰੰਤ ਅੰਗਰੇਜ਼ੀ ਦੇ ਵਿੱਚ। ਸੋ ਪਲੀਜ਼ ਸਟੇ ਟਿਊਨਡ to listen to the translation of the Hukamnama in Punjabi
for first 10 to 15 minutes, followed by English. May Satguru bless you all. ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ। ਗਰਭਤ ਹੈ ਭਾਵ ਗਰਭ ਕਰਨਾ, ਹੰਕਾਰ ਕਰਨਾ। ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਕਿਸੇ ਨੂੰ ਰਾਜ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਭ ਕੁਝ ਵਾਹਿਗੁਰੂ ਦੇ ਹੁਕਮ 'ਚ ਆ। ਹੁਕਮ ਤੋਂ ਬਿਨਾਂ ਕੋਈ ਰਾਜਾ ਨਹੀਂ ਬਣ ਸਕਦਾ, ਹੁਕਮ ਤੋਂ ਬਿਨਾਂ ਕੋਈ ਭਿਖਾਰੀ ਨਹੀਂ ਬਣ ਸਕਦਾ, ਹੁਕਮ ਤੋਂ ਬਿਨਾਂ ਇਹ ਸਰੀਰ ਪੈਦਾ ਨਹੀਂ ਹੋ ਸਕਦਾ। ਜੇ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਰਾਜ ਦਾ ਗਰਭ ਕਰਦਾ ਤੇ ਮਹਾਰਾਜ ਫਰਮਾਉਂਦੇ ਨੇ ਉਹ ਕਪਟੰ, ਉਹ ਇੱਕ ਧੋਖਾ ਹੈ। ਇਨਸਾਨ ਨੂੰ ਹਮੇਸ਼ਾ ਪ੍ਰਤੀਤ ਹੁੰਦਾ ਮੈਂ ਮਿਹਨਤ ਕਰਕੇ ਰਾਜ ਭਾਗ ਲਿਆ। ਜਦੋਂ ਇਸ ਤਰ੍ਹਾਂ ਮਨ ਦੀ ਬਿਰਤੀ ਹੁੰਦੀ ਹੈ ਤੇ ਗੁਰੂ ਮਹਾਰਾਜ ਫਰਮਾਨ ਕਰਦੇ ਨੇ, ਐਦਾਂ ਮਾਣੋ ਵੀ ਇਨਸਾਨ ਦੇ ਵਾਸਤੇ ਨਰਕਾਂ ਦਾ ਦਰਵਾਜ਼ਾ ਖੁੱਲ੍ਹਾ। ਜੇ ਕੋਈ ਇਨਸਾਨ ਆਪਣੇ ਰੂਪ ਦਾ ਗਰਭ ਕਰਦਾ ਹੈ, ਉਹ ਵੀ ਇੱਕ ਕਪਟ ਹੈ। ਕਪਟ ਭਾਵ ਮਨ ਦਾ ਧੋਖਾ ਹੈ, ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ। ਕਿਉਂ? ਕਿਉਂਕਿ ਰੂਪ ਵੀ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ। ਕਿਉਂਕਿ ਕਈ ਵਾਰੀ ਦੇਖਣ 'ਚ ਆਇਆ ਹੈ, ਜੰਮਦਿਆਂ ਹੀ ਬੱਚੇ, ਉਹਨਾਂ ਦਾ ਰੂਪ ਨਹੀਂ ਹੁੰਦਾ ਠੀਕ, ਕੋਈ ਸਰੀਰ ਦਾ ਅੰਗ ਨਹੀਂ ਹੁੰਦਾ। ਕਈ ਵਾਰੀ ਬੱਚੇ ਪੈਦਾ ਹੁੰਦੇ ਸਾਧ ਸੰਗਤ ਜੀ, 2 ਬੱਚੇ ਜੁੜੇ ਹੁੰਦੇ ਆ, ਸਾਰੀ ਉਮਰ ਜੁੜੇ ਹੀ ਰਹਿੰਦੇ ਆ। ਇਹ ਵੀ ਇੱਕ ਵਾਹਿਗੁਰੂ ਦਾ ਹੁਕਮ ਆ। ਜੇ ਆਪਣੇ ਰੂਪ ਦਾ ਗਰਭ ਹੋਏ ਵੀ ਮੈਂ ਸੋਹਣਾ ਤੇ ਦੂਜੇ ਜਿਹੜੇ ਮਾੜੇ ਕਰੂਪ ਨੇ, ਇਹ ਵੀ ਇੱਕ ਧੋਖਾ ਹੈ। ਭਾਵ ਹਰ ਇੱਕ ਦਾ ਮਾਣ ਤੇ ਇੱਜ਼ਤ ਕਰਨੀ ਚਾਹੀਦੀ ਆ। ਇੰਨਾ ਗਿਆਨ ਹੈ ਸਾਧ ਸੰਗਤ ਜੀ ਹਰ ਬਾਣੀ ਦੇ ਸ਼ਬਦ ਦੇ ਵਿੱਚ। ਜੇ ਅਸੀਂ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ, ਅਮਲ ਦੇ ਵਿੱਚ ਲਿਆਈਏ ਤਾਂ ਜੀਵਨ ਬਹੁਤ ਸੁਖਾਲਾ ਹੋ ਜਾਏਗਾ, ਆਨੰਦ ਭਰਪੂਰ ਹੋ ਜਾਏਗਾ। ਧਨ ਕਪਟੰ, ਧਨ ਦਾ ਗਰਭ ਕਰਨਾ ਜੋ ਦੇਖਣ 'ਚ ਆਇਆ ਹੈ, ਭੈਣ ਭਰਾ ਹੀ ਆਪਸ ਦੇ ਵਿੱਚ ਇੰਨਾ ਗਰਵ ਕਰਦੇ ਵੀ ਮੇਰੀਆਂ 2 ਕੋਠੀਆਂ ਤੇ ਉਹ ਕਹਿੰਦੇ ਮੇਰੀ 3 ਕੋਠੀਆਂ। ਉਹ ਫਿਰ ਇੰਨਾ ਉਹਨਾਂ ਦੇ ਵਿੱਚ ਕੰਪੀਟੀਸ਼ਨ, ਮੁਕਾਬਲਾ ਹੋ ਜਾਂਦਾ ਵੀ ਰਾਤੀ ਨੀਂਦ ਵੀ ਨਹੀਂ ਆਉਂਦੀ ਸਾਧ ਸੰਗਤ ਜੀ। ਉਹ ਈਰਖਾ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਨੇ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਰਜਾਰੀ। ਉਹਨਾਂ ਦਾ ਜੀਵਨ ਇੱਦਾਂ ਹੋ ਜਾਂਦਾ ਜਿੱਦਾਂ ਸੱਪ ਜ਼ਹਿਰ ਉਗਲਦਾ ਰਹਿੰਦਾ ਹੈ। ਸੰਚੰਤ ਵਿਖਿਆ ਛਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਵਾਲ ਪੁੱਛਿਆ ਗਿਆ ਵੀ ਧਨ ਦੀ ਲੋੜ ਆ, ਆਪਣਾ ਜੀਵਨ ਚਲਾਉਣ ਵਾਸਤੇ ਮਕਾਨ ਦੀ ਲੋੜ ਹੈ, ਹਰ ਧਨ ਪਦਾਰਥ ਦੀ ਲੋੜ ਹੈ। ਗੁਰੂ ਮਹਾਰਾਜ ਫਰਮਾਉਂਦੇ ਨੇ ਉਹ ਬਹੁਤ ਚੰਗੀ ਗੱਲ ਹੈ, ਪਰ ਜੇ ਤੁਸੀਂ ਪਰਮਾਤਮਾ ਨੂੰ ਨਾ ਭੁੱਲੋ, ਧਨ ਦੀ ਮੰਗ ਕਰਨੀ ਆ, ਪਰਿਵਾਰ ਦੀ ਮੰਗ ਕਰਨੀ ਆ, ਤਾਂ ਕਿ ਉਸ ਵਾਹਿਗੁਰੂ ਦੀ ਸੇਵਾ ਹੋ ਸਕੇ, ਕੋਈ ਹੋਰ ਕਾਰਨ ਨਾ ਹੋਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮਾਤਾ ਗੁਜਰੀ ਜੀ ਪੁੱਤਰ ਦੀ ਦਾਤ ਮੰਗਦੇ ਹਨ ਪਰਮੇਸ਼ਰ ਤੋਂ। ਬੜੀ ਸਾਧਨਾ ਕੀਤੀ, ਪੁੰਨ ਦਾਨ ਕੀਤੇ। ਕਾਹਦੇ ਵਾਸਤੇ? ਭਈ ਧਰਮ ਚੱਲ ਸਕੇ, ਖਾਲਸਾ ਪੰਥ ਦੀ ਸਾਜਨਾ ਹੋ ਸਕੇ। ਸਾਰਾ ਜੋ ਦਸ਼ਮ ਗ੍ਰੰਥ ਦੀ ਬਾਣੀ ਦੇ ਵਿੱਚ ਦਰਜ ਹੈ,
कई तरीकों के नाल मेरे माता पिता ने भगती की, परमात्मा अगे अरदास ते जोदड़ी की भी सानू वो पुत्र बख्शो जिहड़ा खालसा पंथ की साजना करे। सो मंग होनी चाहिए है, पर मंग दे पिछे सिर्फ एक उद्देश होना चाहिए, एक ऑब्जेक्टिव होना चाहिए भी परमात्मा की सेवा करनी है। पैसे खट्टन वास्ते लोग बहुत धोखाधड़ी करते हैं, तो गुरु महाराज ने इस गल नूं स्पष्ट किया, संचंत बिख्या छलंग छिद्रंग, नानक बिन हर संग ना चालते। प्यारिओ पैसे की लोड़ है, पर जे छल करके पैसा इकट्ठा किया तो वह छिद्रंग, छिद्रंग भाव छेक, छेक का भाव पाप, वो आत्मा दे विच एक छेक हो जाएगा, तुहाडे सिर ते पाप चढ़ जाएगा। बिना हरि तो, बिना उस अकाल पुरख की सेवा कीतियां, सिमरन कीतियां, बिना अकाल पुरख नूं अपना संगी बनाया कुछ भी नाल नहीं जाना। पेखंडणों की भुल तुम्मा दे समण सोहना। एक तुम्मा हुंदा साध संगत जी, फुल हुंदा पीले रंग का, बहुत सोहना लगदा ते बहुत प्रफुल्लित हुंदा, पर जे उन्होंने हथ ला दईए, हथ लांदे ही सारा पीला रंग झड़ जाता, डिग पैंदा, ते उहदा स्वाद भी कौड़ा हुंदा। जे तुसीं वो फुल नूं किसी गमले दे विच ला दिओ या किसी नूं गुच्छा बना के भेंट करो, वो पत्ते उहदे डिग पैंदे आ, रंग भी डिग पैंदा। महाराज कहंदे देखो तुम्मा बहुत सोहना लगदा देखण नूं, पर उहदा एक कोडी भी मुल नहीं, उहनूं तुसीं किसी नूं वेच भी नहीं सकदे, क्योंकि हथ लाया ही उहदा रंग भुर जांदा, खिंड जांदा। पेखंदड़ों की भुल इसे तरह ही माया है, देखण नूं बहुत चंगी लगदी आ, घर बार कारां बहुत सोहणियां लगदियां, पर नानक साथ ना जुलई माया, ये माया ने नाल नहीं जाना। पौड़ी के शब्द विच गुरु महाराज होर ज्ञान बख्शिश करते हैं, खोल के गल करते बिल्कुल। चलद्या नाल ना चलै सो क्यों संझीए, संझीए भाव जमा करना। जदों इंसान दुनिया तो जाता है, वड्डे वड्डे राजे भी दुनिया तो कूच कर गए, तो नाल कुछ नहीं लैके गए। गुरबाणी दे विच रावण दे परथाए शब्द है, रावण ने सोने की लंका बनाई, बड़ा मान सी, जदों चलिया उहदे किन्ने धीआं पुत सी, क्योंकि महाराणियां बहुत सी, सोने की लंका बनाई सी, जिधर जाओ उधर सोना ही सोना। जदों गया दुनिया तो सारा कुछ पिछे का पिछे धरिया रह गया। साध संगत जी हुण लंका दे विच जाओ तो ना तो महल ने उहदे ते ना ही सोना, उत्थे गरीबी आ। पर साध संगत जी जिथे परमात्मा की भगती हुई आ, तुसीं अमृतसर जाओ उत्थे भगती हुई आ, जिथे जाए बहै मेरा सतगुरु सो थान सुहावा राम राजे, उत्थे देखो कितनी खुशी प्राप्त होंदी है। हरमंदर साहब दे अमृतसर दे विच जाके ही पैर धरदियां ही पता लगता भी इत्थे भगती हुंदी आ, इन्ना आनंद है उस धरती दे विच। सो गुरु महाराज का उपदेश है, हर एक अपने घर नूं उस परमात्मा दे रहन की थां बना दिओ। परमात्मा दे वसदे हन, पर अपना चित्त वो परमात्मा दे नाल जोड़ लो, तुहाडा घर भी स्वर्ग बन जाएगा। तिसका कहो क्या जतन जिसते वंझी है, वो वस्तुओं का क्यों जतन करते हैं लोग जिन्हां तो एक दिन विछड़ जाना है। हर बिसरिए क्यों तृप्तावै ना मन रंझी है, उस परमात्मा नूं भुल्लण दे नाल मन खुश नहीं होएगा। रंजीए दा भाव खुश होना,
ਰੰਜੀਏ ਤੋਂ ਹੀ ਸ਼ਬਦ ਬਣਿਆ ਮਨੋਰੰਜਨ, ਮਨ ਨੂੰ ਖੁਸ਼ ਕਰਨਾ। ਪ੍ਰਭੂ ਛੋੜ ਅਨਲਾਗਾ, ਨਰਕ ਸਮਝੀਏ। ਪ੍ਰਭੂ ਨੂੰ ਛੱਡ ਕੇ ਜੇ ਹੋਰ ਪਦਾਰਥਾਂ ਦੇ ਮਗਰ ਅਸੀਂ ਲੱਗਾਂਗੇ ਤੇ ਐਦਾਂ ਸਮਝੋ ਨਰਕਾਂ ਦੇ ਵਿੱਚ ਸਮਾ ਜਾਵਾਂਗੇ। ਸਮਝੀਏ ਭਾਵ ਸਮਾ ਜਾਣਾ। ਨਰਕ ਹੋਰ ਕੀ ਹੈ ਸਾਧ ਸੰਗਤ ਜੀ? ਜਿੱਥੇ ਪ੍ਰਮਾਤਮਾ ਦੀ ਯਾਦ ਨਹੀਂ। ਸਵਰਗ ਕੀ ਹੈ? ਜਿੱਥੇ ਪ੍ਰਮਾਤਮਾ ਦਾ ਕੀਰਤਨ ਹੁੰਦਾ। ਜਿਉਂਦਿਆਂ ਜੀ ਜੇ ਅਸੀਂ ਸਵਰਗਾਂ ਦੇ ਵਿੱਚ ਜਾਣਾ, ਬੈਕੁੰਠ ਦੇ ਵਿੱਚ ਜਾਣਾ, ਤੇ ਉਹਦਾ ਕੀਰਤਨ ਕਰੋ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਂਦਾ। ਹੋ ਕਿਰਪਾਲ ਦਿਆਲ, ਨਾਨਕ ਭਉ ਭੰਜੀਐ। ਮੇਰੇ ਮਾਲਕਾ ਆਪਣੀ ਕਿਰਪਾ ਕਰੋ। ਹੋ ਕਿਰਪਾਲ, ਕਿਉਂ? ਤੁਸੀਂ ਦਿਆਲ ਹੋ, ਤੁਸੀਂ ਦਇਆ ਦਾ ਸਮੁੰਦਰ ਹੋ। ਨਾਨਕ 'ਤੇ ਕਿਰਪਾ ਕਰੋ ਕਿ ਨਾਨਕ ਦੇ ਸਾਰੇ ਡਰ ਜਿਹੜੇ ਨੇ ਉਹ ਮੁੱਕ ਜਾਣ। ਸਭ ਤੋਂ ਵੱਡਾ ਡਰ ਇਨਸਾਨ ਨੂੰ ਮੌਤ ਦਾ ਡਰ ਹੈ। ਫਿਰ ਬਾਕੀ ਦੇ ਡਰ ਉਹ ਬਾਅਦ ਦੀਆਂ ਗੱਲਾਂ ਨੇ। ਪਹਿਲਾ ਡਰ ਹੈ ਮੌਤ ਦਾ। ਮੌਤ ਤੋਂ ਬਚਦਾ ਬਚਦਾ ਇਨਸਾਨ ਸਾਧ ਸੰਗਤ ਜੀ ਕਈ ਕੁਛ ਕਰਦਾ। ਹੁਣ ਜੇ ਆਪਣੇ ਸਰੀਰ ਨੂੰ ਚੀਰਨਾ ਹੋਏ, ਕੋਈ ਟੱਕ ਲੱਗ ਗਿਆ, ਕੋਈ ਚਾਕੂ ਲੱਗ ਗਿਆ, ਇਨਸਾਨ ਬੜਾ ਦੁਖੀ ਹੁੰਦਾ, ਬਹੁਤ ਦੁਖੀ ਹੁੰਦਾ। ਪੱਟੀਆਂ ਕਰਦਾ, ਫਿਰ ਗੋਲੀਆਂ ਖਾਂਦਾ। ਪਰ ਸਾਧ ਸੰਗਤ ਜੀ ਜੇ ਜਾਨ ਬਚਾਉਣੀ ਹੋਏ, ਡਾਕਟਰ ਕਹੇ ਵੀ ਤੇਰਾ ਆਪਰੇਸ਼ਨ ਕਰਨਾ, ਤੇਰੇ ਸਰੀਰ ਨੂੰ ਚੀਰਨਾ, ਸਾਧ ਸੰਗਤ ਜੀ ਬੰਦਾ ਲੰਮਾ ਪੈ ਜਾਂਦਾ ਜਾ ਕੇ। ਲੈ ਭਾਈ ਹੋਰ ਵੱਡੀ ਉਮਰ ਕਰਦੇ, ਦਿਲ ਦਾ ਆਪਰੇਸ਼ਨ ਕਰਨਾ, ਚੀਰ ਫੜ ਕਰ ਲੈ। ਸਾਧ ਸੰਗਤ ਜੀ ਦੇਖੋ ਕਿੰਨੀ ਚੀਰ ਫੜ ਕਰਦੇ ਸਰੀਰ ਦੀ। ਉਮਰ ਵਧਾਉਣ ਵਾਸਤੇ ਮੌਤ ਤੋਂ ਡਰਦਾ ਇਨਸਾਨ ਆਪਣੇ ਸਰੀਰ ਨੂੰ ਵੀ ਕਟਾਉਂਦਾ, ਉਮੀਦ ਰੱਖਦਾ ਵੀ ਉਮਰ ਲੰਮੀ ਹੋ ਜਾਏ। ਸੋ ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ। ਪਰ ਜਿਹੜੇ ਗੁਰੂ ਦੇ ਸਿੱਖ ਨੇ, ਗੁਰੂ ਦੀ ਬਾਣੀ ਪੜ੍ਹਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਨੇ, ਉਹਨਾਂ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ। ਕੋਈ ਸਰੀਰਕ ਡਰ ਨਹੀਂ ਹੁੰਦਾ, ਕੋਈ ਚਿੰਤਾ ਨਹੀਂ ਹੁੰਦੀ, ਕਿਉਂਕਿ ਉਹ ਅਕਾਲ ਪੁਰਖ ਉਹਨਾਂ ਨੂੰ ਸਭ ਕੁਝ ਬਖਸ਼ ਦਿੰਦੇ ਨੇ। ਸੋ ਗੁਰੂ ਮਹਾਰਾਜ ਰਹਿਮਤ ਕਰਨ। ਬਾਕੀ ਦਾ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। ਭੁੱਲਾਂ ਨਾ ਚਤਾਰਦੇ ਹੋਏ ਅਸੀਸਾਂ ਦੇਣੀਆਂ। So today's Hukamnama is blessing from Sachkhand Shri Harmandir Sahib, composition of Dhan Dhan Guru Arjan Dev Ji Maharaj. Guru Maharaj has composed today's Hukamnama in Rag Jaitsri, which creates the calm and cheerful mood. In today's Hukamnama, Guru Maharaj opens our eyes. We spend a lot of time in those deeds which Guru Maharaj warns us that you need to be very careful with your time. Your lifespan is limited. And more importantly, you don't know when time is up. Because when you look around, you see children dying, you see adults dying, you see youth dying. So time is given to us on this earth. How long we are going to live on this earth? Death has no time. So now this is unknown in our life. So one message Guru Maharaj gives us is that we chase a lot of material. We spend a lot of time in accumulating wealth so that we can be happier when we retire. We can have easy life when we retire, which is great. You must have resources for the rainy days. The time when you can't go to work, you should have money in the bank. You should have sport. That's absolutely fine. But Guru Maharaj is reminding us, you don't know whether you are going to retire. Big question. You can't buy any insurance so that you have to live for
50 years or 100 years. You can't buy insurance either. You remember the story of Sikandar, Alexander the Great, who wanted to live, and he offered the doctors half of his kingdom if they could treat him. But doctors, after examining Alexander the Great, they told him he has only few days to live. That is when realization came. He woke up from the sleep of this life. Most of the people, most of us are unaware. We don't need to be or want to be reminded of death. But Guru Maharaj makes it very clear that if you want to attain bliss in your life, you have to keep your focus on being one with your Creator, from where you have come from. That is your origin. There is no other way of eternity. There is no other way to attain that eternal bliss. So Raj Kapatang, Roop Kapatang, Tan Kapatang, Kul Garbata. Garbata means pride. Because of the Tan, because of the wealth people have, they become proud of it. And that proud is kaptang. Kaptang means deception. Something which God has given you and you are proud of it and you don't even remember God. That is the most unfortunate state of mind, where you are ungrateful. God has given you life. Without God's will, you won't exist. Have you ever thought about that? Have you been grateful to God for that? If not, you are living in deception that everything will be fine. When you mistreat people, you think the other people are not created by God. There are disputes. I was so surprised. In Ireland, the Christians have two factions. They are fighting with each other. One faction, one group kills the member of other group. I don't need to name the groups. In the name of religion, people are killing each other. And now, the reason being, we are better. I'm better. So that pride is a gateway to hell. So Guru Maharaj makes it very clear. The pride of Tan, Raj Kapatang. Raj means authority, your power. So if someone harms the other person, it means it's because of the strength, the authority. That person is able to kill the other person. Maybe someone has the rifle, so that person has authority, is more powerful. With the rifle, he can harm other people, kill other people. Now that person is proud of the rifle, the authority he has. A lot of emperors, they end up abusing their own people. That is deception. They think it is their right, it's their birthright, so they can drive other people slave. But that is deception, because God will make them slaves in next life. It's only a matter of few years. So key message here is, remember God, be grateful to God, see God in everyone, be humble. Without that humility, you're going to lose away the golden opportunity of this human life. If someone is in power, someone is in authority, someone is emperor, and thinks it's me, this is my birthright, Guru Maharaj
reveals that is kaptang, that's deception, because if you think that way, you are destined for suffering. Roop kaptang. People spend a lot of time in embellishing themselves, doing makeups, wearing nice clothes. They want to look better, which is not bad. But if you are proud of your beauty, that is poison. Because beauty has been given to you by God. Your features of the body, your body is a blessing from God. Without God's will, this body won't exist. So be grateful to God. Tan kaptang. Kul garbata. Tan means wealth, kul means family. Yes? If you have pride, if you take pride in your family, the status in the society, that is also gateway to hell. Sanchant bikhya chalang chidrang. Nanak bin har sang chalta hai. Sanchant means to accumulate. Bikhya means poison. Chalang means through deception. Chidrang means, literal meaning of chidrang means a hole. When you drill a hole in the wall or drill a hole in the metal. But here it means hole in your spirituality, a sin. So when people try to accumulate wealth through deception, by cheating the law, selling the drugs, selling those articles which they shouldn't be selling, or through deception, that is poisonous. It will never bring peace. Kabir Sahib reveals, Baho parpanch kar partan liyawa, sutdara pe aan lutawa. Man mere bhule kapat na kija, ant nivera tere ji peh lija. One accumulates the wealth through deception, spends that wealth on their family. Family will suffer because that wealth is poison. And the person will be accountable to God for every single moment of this life. Kari kari ka lekha manga. So there is no moment in our life when God's surveillance cameras aren't watching us. We are being watched all the time. Be aware of that fact. Sanchant bikhya chalang chidrang, Nanak bin har sang na chalta. Without union with God, without realization of God, nothing will accompany you when you die. So does it mean we shouldn't ask for wealth? We shouldn't ask for a good job? The answer is we should. But always pray to God that I should always be honest in my dealings. And I want to use your blessings to serve you. If you give me wealth, I want to invest back into you. That's your blessing. Guru Tegh Bahadur Sahib Maharaj, he asked for a son. Guru Tegh Bahadur Sahib Maharaj and his wife, Mata Gujri ji, they both prayed to Almighty God, we need a son who can destroy the evil and establish Khalsa Panth. And Tan Guru Gobind Singh Ji was born and he established the Khalsa Panth. Now, asking for blessing of a child is blessed if you pray that child should serve God. Blessing of wealth is good if you pray that every penny, every paisa, all your wealth should be invested back into
the creator of the universe, serving him. Now, material is very tempting. Guru Maharaj gives beautiful example of a flower. It's called tumma, bitter mellow flower. But it's bitter and there's no aroma. But it looks so beautiful. Bright yellow color. When you touch it, all the color from the leaves falls off. This world is like that. The material of this world looks like that flower called tumma, but it doesn't last too long. And पेखंदड़ों की भुल तुमा दिसम सोहना अड न लहंदड़ों मुल नानक साथ न जुड़ी माया. Pekhandado means to see, pul means mistake. People make mistake by looking at the tumma. Disam sohna, because it looks so sona, so good. Adna lahandado mul. Mul means value. When you try to sell it, you can't. If you put it in the vase, it won't stay there because all the leaves will make your floor dirty or table dirty. Similarly, we can't see it, but the wealth which is not used to serve God is like a tumma. It makes everything poisonous and dirty. Paudi. So in the Paudi Shabad, which means step, Guru Maharaj further enhances our understanding. Chaldeya naal na challa, so kyun sanjiya. Sanjaya means to accumulate. Why do you accumulate that wealth? Not going to go with you after you die. Tiska kaho kya jatan jiste vanjiya. Vanjiya means to be separated. You will be separated from all your belongings in this world. Just for a moment think that you are dead. You will come to realization. All your belongings, they don't belong to you. Someone else will get them. Your children will take it away. Har bisriye kyon tripatava naman ranjiya. Remember, material can give you pleasure for short time, but it's not going to be permanent. If you want the base, the eternal joy, then you have to serve God and you have to be one with God. You have to realize God. That should be your desire. पूरन होए हमारी आशा, तोर भजन की रहे प्यासा. तुम्हें छाड़ कोई अवर ना ते आऊं, जो बर चाहो सो तुम ते पाऊं. Kalgitar Padsha reveals, this is my desire, this is my craving, that I should just carry on meditating on you, carry on serving you. And this is my desire of life. If I had to die, I should die serving you. जब आपकी ओद निदान बने अत हिरन में तब जूझ मरूं. Amazing. When you have that mindset, you will flourish. Ho Kripal Dayal Nanak Pau Panjiya. Almighty God, become merciful upon me, because I feel powerless. Remove all my fears. Biggest fear in everyone's life of death. No one wants to cut their body. But when it comes to heart operation, people give in. People go to hospital and they let doctors and surgeons cut their body. Reason? People are scared of death. They hope by doing the heart operation, possibly they will live for another 5 years, 10 years or 20 years.
But when you connect with God, there is no fear left in life. रोग सोग दुख जरा मरा हर जने नहीं निकटानी, निर्भो होए रहे लिव एक नानक हर मन मानी. The fear of death, fear of old age, fear of disease, finance, they are taken away when you enshrine Lord in your heart. So may Satguru bless you all. Have a great day. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.